Welcome to the second part of lesson number 1, The Elves and the Shoemaker. In this part, we will read the first paragraph of the lesson. We already know how would we read. We'll keep our finger on each word and read together. Are we ready? Yes. Shall we start? Yes. Once there was a shoemaker. He became so poor that he had nothing left to run his family but only enough leather for just one pair of shoes. So, in the evening, he cut out the leather with great care to make the shoes. But he was so disappointed that he left his work on the table to finish in the morning. He was almost in tears. Before he fell asleep, he prayed to God and asked to help him. My dear children, this is the first paragraph of the story The Elves and the Shoemaker. ਪਿਆਰੇ ਬੱਚਿਓ, ਹੁਣ ਅਸੀਂ ਇਸ ਕਹਾਣੀ ਨੂੰ ਆਪਣੀ ਮਾਂ ਬੋਲੀ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਰੇਕ ਵਾਕ ਨੂੰ ਪੜ੍ਹਾਂਗੇ ਤੇ ਨਾਲ ਹੀ ਉਸ ਦੀ ਪੰਜਾਬੀ ਵੀ ਕਰਾਂਗੇ। Shall we start? Yes. Let's read once more. Once there was a shoemaker. ਇੱਕ ਵਾਰ ਦੀ ਗੱਲ ਹੈ ਕਿ ਇੱਕ ਜੁੱਤੇ ਬਣਾਉਣ ਵਾਲਾ ਸੀ। He became so poor that he had nothing left to run his family but only enough leather for just one pair of shoes. ਉਹ ਐਨਾ ਗਰੀਬ ਹੋ ਗਿਆ ਕਿ ਉਸ ਕੋਲ ਇੱਕ ਜੋੜੀ ਜੁੱਤੇ ਬਣਾਉਣ ਤੋਂ ਇਲਾਵਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕੁਝ ਵੀ ਨਾ ਬਚਿਆ। So, in the evening, ਇਸ ਲਈ ਸ਼ਾਮ ਨੂੰ he cut out the leather. ਉਸਨੇ ਆਪਣੇ ਕੋਲ ਪਏ ਹੋਏ ਚਮੜੇ ਨੂੰ ਕੱਟਿਆ। ਕਿਸ ਤਰ੍ਹਾਂ ਕੱਟਿਆ? With great care. ਬੜੇ ਧਿਆਨ ਨਾਲ ਕੱਟਿਆ। To make the shoes. ਤਾਂ ਕਿ ਉਹ ਵਧੀਆ ਜਿਹੇ ਜੁੱਤਿਆਂ ਦਾ ਜੋੜਾ ਬਣਾ ਕੇ ਤਿਆਰ ਕਰਕੇ ਉਸਨੂੰ ਵੇਚ ਕੇ ਕੁਝ ਪੈਸੇ ਕਮਾ ਸਕੇ। But he was so disappointed that he left his work on the table to finish in the morning. ਪਰ ਉਹ ਇੰਨਾ ਨਿਰਾਸ਼ ਸੀ ਕਿ ਉਸਨੇ ਆਪਣਾ ਕੰਮ ਆਪਣੇ ਮੇਜ਼ ਦੇ ਉੱਪਰ ਇਸ ਤਰ੍ਹਾਂ ਹੀ ਛੱਡ ਦਿੱਤਾ ਤਾਂ ਕਿ ਉਹ ਅਗਲੇ ਦਿਨ ਸਵੇਰੇ ਉਸਨੂੰ ਖਤਮ ਕਰੇ। He was almost in tears. ਉਹ ਤਕਰੀਬਨ ਰੋਣ ਹੀ ਵਾਲਾ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਆਏ ਹੀ ਪਏ ਸਨ। Before he fell asleep, ਇਸ ਤੋਂ ਪਹਿਲਾਂ ਕਿ ਉਹ ਸੌਂ ਜਾਂਦਾ, he prayed to God. ਉਸਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ and asked to help him. ਤੇ ਪਰਮਾਤਮਾ ਤੋਂ ਕੀ ਮੰਗਿਆ ਉਸਨੇ? ਕਿ ਹੁਣ ਉਹੀ ਆ ਕੇ ਉਸਦੀ ਮਦਦ ਕਰੇ। ਬੱਚਿਓ, ਇਸ ਪੈਰੇ ਤੋਂ ਸਾਨੂੰ ਕਹਾਣੀ ਦੀ ਸ਼ੁਰੂਆਤ ਬਾਰੇ ਪਤਾ ਚੱਲਦਾ ਹੈ ਕਿ ਕਹਾਣੀ ਵਿੱਚ ਇੱਕ ਸ਼ੂਮੇਕਰ ਹੈ। ਉਹ ਕਾਫੀ ਗਰੀਬ ਹੈ। ਉਸ ਕੋਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕੁਝ ਵੀ ਨਹੀਂ ਹੈ। ਬਸ ਜੋ ਉਸ ਕੋਲ ਬਚਿਆ ਹੈ ਉਹ ਹੈ ਇੰਨਾ ਕੁ ਚਮੜਾ
ਜਿਸ ਨਾਲ ਉਹ ਇੱਕ ਸ਼ੂਜ਼ ਦਾ ਪੇਅਰ ਬਣਾਏ। ਸ਼ਾਮ ਨੂੰ ਉਸਨੇ ਉਸ ਚਮੜੇ ਨੂੰ ਕੱਟਿਆ ਤਾਂ ਕਿ ਉਹ ਸ਼ੂਜ਼ ਬਣਾ ਸਕੇ, ਪਰ ਉਹ ਇੰਨਾ ਨਿਰਾਸ਼ ਸੀ ਕਿ ਉਸਦਾ ਕੰਮ ਕਰਨ ਦਾ ਮਨ ਹੀ ਨਹੀਂ ਕੀਤਾ। ਉਸਨੇ ਮੇਜ਼ 'ਤੇ ਹੀ ਆਪਣਾ ਕੰਮ ਛੱਡ ਦਿੱਤਾ ਅਤੇ ਮਨ ਬਣਾਇਆ ਕਿ ਉਹ ਅਗਲੇ ਦਿਨ ਸਵੇਰੇ ਜੁੱਤੇ ਬਣਾਉਣ ਦਾ ਕੰਮ ਪੂਰਾ ਕਰੇਗਾ। ਉਹ ਇੰਨਾ ਨਿਰਾਸ਼ ਸੀ ਕਿ ਉਹ ਰੋਣ ਹੱਕਾ ਹੋਇਆ ਸੀ, ਪਰ ਸੌਣ ਤੋਂ ਪਹਿਲਾਂ ਉਸਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਹੁਣ ਉਹ ਹੀ ਕਿਸੇ ਰੂਪ ਵਿੱਚ ਆ ਕੇ ਸ਼ੂ ਮੇਕਰ ਦੀ ਮਦਦ ਕਰੇ। This is the end of part 2 of lesson 1.